अस्सलाम वालेकुम एवरीवन। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕੀ ਸਾਨੂੰ ਐਫਐਸਸੀ ਕਰਨ ਤੋਂ ਬਾਅਦ ਵਿੱਚ ਜਾਂ ਐਸੀ 12 ਕਰਨ ਤੋਂ ਬਾਅਦ ਵਿੱਚ ਕੀ ਇਹ ਮਜ਼ੀਦ ਅੱਗੇ ਪੜ੍ਹਨਾ ਚਾਹੀਦਾ ਹੈ ਜਾਂ ਨਹੀਂ ਪੜ੍ਹਨਾ ਚਾਹੀਦਾ। ਅੱਛਾ ਜੀ, ਇਸ ਗੱਲ ਵਿੱਚ ਕਰਨ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਇੱਕ ਵਜ੍ਹਾ ਤੁਹਾਨੂੰ ਮੈਂ ਪਹਿਲਾਂ ਦੱਸਦਾ ਚਲਾ ਇੱਕ ਮਿਸਾਲ ਦੇ ਕੇ ਕਿ ਸਾਡੇ ਪਾਕਿਸਤਾਨ ਦੇ ਵਿੱਚ ਅਨਪੜ੍ਹ ਬੰਦੇ ਦੀ ਵੈਲਿਊ ਕੀ ਆ ਤੇ ਇੱਕ ਐਜੂਕੇਟਡ ਬੰਦੇ ਦੀ ਵੈਲਿਊ ਕੀ ਆ। ਸਾਡੇ ਪਾਕਿਸਤਾਨ ਦੇ ਵਿੱਚ ਇੱਕ ਅਨਪੜ੍ਹ ਬੰਦੇ ਦੀ ਵੈਲਿਊ ਇਹ ਆ ਕਿ ਉਹ ਸੁਥਰਾ ਪੰਜਾਬ ਦੇ ਵਿੱਚ ਭਰਤੀ ਹੁੰਦਾ ਆ, ਠੀਕ ਹੈ, ਤੇ ਉਹਦੀ ਸਟਾਰਟਿੰਗ ਸੈਲਰੀ 40,000 ਪਲੱਸ ਆ, 40,000 ਪਲੱਸ ਸੈਲਰੀ ਦੀ ਸਟਾਰਟ ਹੁੰਦੀ ਆ ਇਹਦੀ ਇੱਕ ਅਨਪੜ੍ਹ ਆਦਮੀ ਦੀ ਜੋ ਕਿ ਸੁਥਰਾ ਪੰਜਾਬ ਦੇ ਵਿੱਚ ਹੈ, ਠੀਕ ਹੈ। ਇਹ ਗੱਲ ਯਾਦ ਰੱਖਣ, ਪੁਆਇੰਟਸ ਯਾਦ ਰੱਖਿਓ ਨਾਲ ਨਾਲ। ਤੇ ਨੰਬਰ 2 ਤੇ ਇੱਕ ਬੰਦਾ ਆ ਜਿਹਨੇ ਐਮਫਿਲ ਕੀਤਾ ਜਾਂ ਫਿਰ ਐਮਐਸ ਕੀਤਾ ਤੇ ਉਹ ਬੰਦੇ ਆਪਣੀ ਡਿਗਰੀਆਂ ਹੱਥ ਲੈ ਕੇ ਘੁੰਮਦੇ ਫਿਰਦੇ ਪਏ ਆ। ਇਹ ਜਿਹੜੀ ਸਾਡੇ ਪਾਕਿਸਤਾਨ ਦੇ ਤੇ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਡਿਗਰੀ ਦੀ ਵੈਲਿਊ, ਇੱਕ ਪੜ੍ਹਾਈ ਦੀ ਵੈਲਿਊ। ਹੁਣ ਮੇਰੀ ਇੱਕ ਗੱਲ ਯਾਦ ਰੱਖਿਓ, ਇੱਕ ਬਹੁਤ ਵੱਡਾ ਫਰਕ ਆ ਇੱਕ ਪੜ੍ਹੇ ਲਿਖੇ ਇਨਸਾਨ ਦੇ ਵਿੱਚ ਤੇ ਇੱਕ ਅਨਪੜ੍ਹ ਇਨਸਾਨ ਦੇ ਵਿੱਚ, ਜੋ ਕਿ ਨਹੀਂ ਹੋਣਾ ਚਾਹੀਦਾ, ਤੇ ਉਹ ਹੈ ਜੀ ਈਗੋ। ਜਿਹੜਾ ਤਾਂ ਹੈਗਾ ਨਾ ਪੜ੍ਹਿਆ ਲਿਖਿਆ ਬੰਦਾ, ਈਗੋ ਠੀਕ ਹੈ ਨਾ, ਲਫ਼ਜ਼ ਸਮਝ ਮੇਰੀ ਗੱਲ ਦੀ ਯਾਦ ਰੱਖਿਓ। ਇੱਕ ਅਣਖ ਹੁੰਦੀ ਹੈ, ਇੱਕ ਆਕੜ ਹੁੰਦੀ ਹੈ ਕਿ ਮੈਂ ਪੜ੍ਹਿਆ ਆ, ਚੰਗਾ ਪੜ੍ਹਾ ਤੇ ਮੈਂ ਹੁਣ ਪੜ੍ਹ ਕੇ ਤੇ ਆਹ ਕੰਮ ਕਰਨਾ ਹੈ, ਠੀਕ ਹੈ। ਤੇ ਜਿਹੜਾ ਹੁੰਦਾ ਦੂਸਰਾ ਬੰਦਾ, ਦੂਸਰਾ ਕਿਹੜਾ ਅਨਪੜ੍ਹ ਬੰਦਾ, ਉਹਨੂੰ ਪਤਾ ਹੈ ਕਿ ਮੈਂ ਰੋਟੀ ਕਮਾਉਣੀ ਹੈ, ਮੈਂ ਦਿਹਾੜੀ ਮਜ਼ਦੂਰੀ ਵੀ ਕਰਨੀ ਹੈ, ਇੱਟਾਂ ਵੀ ਢੋਣੀਆਂ ਹੀ ਹੈ, ਠੀਕ ਹੈ, ਤੇ ਮੈਂ ਉਸ ਚੰਗਾ ਤਿਆਰ ਕਰ ਲੈਂਦਾ ਆ। ਸਰਕਾਰੀ ਨੌਕਰੀ ਆ, ਡਾਇਰੈਕਟ ਅਕਾਊਂਟ 'ਚ ਪੈਸੇ ਆਉਣੇ ਆ, ਮਜ਼ੇ ਆ। ਮਰੀਮ ਨਵਾਜ਼ ਸਾਹਿਬਾ ਦੀ ਬਹੁਤ ਬਹੁਤ ਮਿਹਰਬਾਨੀ ਕਿ ਉਹਨਾਂ ਨੇ ਇਸ ਤਬਕੇ ਲਈ ਵੀ ਕੁਝ ਸੋਚਿਆ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਅੱਛਾ, ਫਿਰ ਉਸ ਤੋਂ ਬਾਅਦ ਇਹ ਨਹੀਂ ਕਿ ਇਸ ਤਬਕੇ ਸਾਰੇ ਅਨਪੜ੍ਹ ਹੀ ਆ, ਜਿਹੜੇ ਨਾਲ ਸੁਪਰਵਾਈਜ਼ਰ ਦਾ ਉਹ ਪੜ੍ਹੇ ਲਿਖੇ ਵੀ ਆ, ਠੀਕ ਹੈ। ਅੱਛਾ, ਮੈਂ ਗੱਲ ਕੀਤੀ ਕਿ ਮੈਂ ਵੀ ਤਾਂ ਕਹਿ ਸਕਦਾ ਸੀ ਕਿ ਕੀ ਤੁਹਾਨੂੰ ਬੀਐਸ ਤੋਂ ਬਾਅਦ ਐਮਐਸ ਕਰਨਾ ਚਾਹੀਦਾ ਜਾਂ ਨਹੀਂ, ਮੈਂ ਐਫਐਸਸੀ ਹੀ ਕਿਉਂ ਕਹੀ। ਮੈਂ ਅਗਲੇ ਦਿਨ ਇੱਕ ਸੁਪਰਵਾਈਜ਼ਰ ਨੂੰ ਮਿਲਿਆ, ਜਿਹੜੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਆ ਉਹ ਸੁਥਰਾ ਪੰਜਾਬ ਦੇ ਸੁਪਰਵਾਈਜ਼ਰ ਦੀ ਜੌਬ ਤੇ ਸੀ, ਜਿਹਨਾਂ ਦਾ ਮੇਰਾ ਮੀਟਅਪ ਹੋਇਆ। ਤੇ ਉਹ ਉਹਨੇ ਕਿਹਾ ਕਿ ਮੇਰੀ ਸੈਲਰੀ 60,000 ਪਲੱਸ ਆ, ਠੀਕ ਹੈ। ਜਿਸ ਟਾਈਮ ਉਹਨਾਂ ਨੇ ਇਹ ਗੱਲ ਕਹੀ ਤੇ ਮੈਂ ਪੁੱਛਿਆ, ਮੈਂ ਤੁਸੀਂ ਪੜ੍ਹੇ ਕਿੰਨਾ ਜੀ? ਉਹਨੇ ਕਿਹਾ ਮੈਂ 12 ਪੜ੍ਹਿਆ ਆ। ਮੈਂ ਉਹਨਾਂ ਦਾ ਮੂੰਹ ਦੇਖਿਆ। ਅੱਛਾ, ਉਸ ਤੋਂ ਬਾਅਦ ਵਿੱਚ ਹੁਣ ਮੈਂ ਆਪਣੇ ਏਰੀਏ ਵਿੱਚ ਦੇਖ ਰਿਹਾ ਹੁੰਦਾ ਆ, ਲੜਕੇ ਹੈ ਜੀ ਬੀਐਸ ਕੀਤਾ ਹੈ ਜੀ, ਐਮਐਸ ਕੀਤਾ ਹੈ, ਕਿੰਨੀ ਤਨਖਾਹ ਹੈ ਜੀ? 45,000 ਰੁਪਈਆ। ਕਿੰਨੀ ਤਨਖਾਹ ਹੈ ਜੀ? 50,000 ਰੁਪਈਆ, 60,000 ਰੁਪਈਆ। ਹਾਂ, ਇਹ ਨਹੀਂ ਕਹਿ ਜ਼ਿਆਦਾ ਨਹੀਂ ਹੈ, ਬਹੁਤ ਜ਼ਿਆਦਾ ਵੀ ਹੈ ਬੰਦਿਆਂ ਦੀ, ਲੇਕਿਨ ਜ਼ਿਆਦਾਤਰ ਇੱਥੇ ਤੱਕ ਸੁਣਨ 'ਚ ਲੱਭਦੀ ਹੈ, ਸੁਣਨ ਨੂੰ ਮਿਲਦੀ ਹੈ। ਅੱਛਾ, ਮੇਰਾ ਇੱਕ ਸਵਾਲ ਆ ਯਾਰ, ਜਿਹੜਾ ਬੰਦਿਆਂ ਤੋਂ ਜਿਹੜੇ ਬੰਦੇ ਵਿਚਾਰੇ ਮਤਲਬ ਕਿ ਜਿਹੜੇ ਸਟੂਡੈਂਟਸ ਅੱਗੇ ਬੀਐਸ ਕਰੀ ਜਾ ਰਹੇ ਆ, ਐਮਐਸ ਕਰੀ ਜਾ ਰਹੇ ਆ, ਕਿ ਭਾਈ ਤੁਸੀਂ ਇੰਨੇ ਸਾਲ ਤੋਂ ਪੜ੍ਹ ਕੇ ਨੌਕਰੀ ਕਰਨੀ ਹੈ, ਠੀਕ ਆ। ਤੇ ਮੇਰਾ ਤੁਹਾਨੂੰ ਇੱਕ ਸਵਾਲ ਆ ਕਿ ਕੀ ਤੁਹਾਨੂੰ ਜਿਹੜੇ 12 ਪੜ੍ਹ ਕੇ ਨੌਕਰੀ ਲੱਭਣ ਤੁਹਾਨੂੰ ਨੌਕਰੀ ਨਹੀਂ ਹੈ? ਉਹਦੇ ਵਿੱਚ ਸਾਡਾ ਇੱਕ ਮਸਲਾ ਆਇਆ ਨਾ, ਸਾਡੀ ਈਗੋ ਹੈ। ਫਿਰ ਮੈਂ ਗੱਲ ਕਰਦਾ ਉਹ ਸਾਡੀ ਈਗੋ ਆ ਜਾਂਦੀ ਹੈ ਜੀ, ਸਾਡੀ ਇੱਕ ਆਕੜ ਅਣਖ। ਤੇ ਕੀ ਕਿਹਾ ਜਾਏਗਾ ਜੀ ਕਿ ਫਲਾਣੇ ਦਾ ਮੁੰਡਾ ਆ ਉਹ ਸੁਥਰਾ ਪੰਜਾਬ ਸੁਪਰਵਾਈਜ਼ਰ ਲੱਗਾ ਹੋਇਆ ਵਾ, ਕੂੜਾ ਚਕਵਾਉਂਦਾ ਹੈ, ਸਾਡੀ ਬਿਸਤੀ ਹੁੰਦੀ ਹੈ ਨਾ ਇਹ ਗੱਲ। ਅੱਛਾ ਭਾਈ, ਨੰਬਰ 2 ਤੇ ਜਿਹੜੇ ਮੇਰੇ ਭਾਈ ਇਸ ਗੱਲ ਤੋਂ ਮੁਤਫਿਕ ਹੋਣਗੇ ਉਹ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ। ਅੱਛਾ, ਹੁਣ ਅੱਗੇ ਅਸੀਂ ਚੱਲਦੇ ਚਲੀਏ। ਮੇਰਾ ਜਿਹੜਾ ਨਜ਼ਰੀਆ ਹੈ ਇਸ ਬਾਰੇ 'ਚ, ਮੈਂ ਤੁਹਾਨੂੰ ਇੱਕ ਟਿਪ ਦਿੰਦਾ ਚਲਾ ਕਿ ਤੁਸੀਂ 12 ਕਰੋ, 12 ਕਰਨ ਤੋਂ ਬਾਅਦ ਵਿੱਚ ਤੁਹਾਨੂੰ ਸਲਾਹ ਇਹੀ ਹੈ ਕਿ ਤੁਸੀਂ ਆਪਣਾ ਕੋਈ ਕਾਰੋਬਾਰ ਛੇੜੋ, ਛੋਟਾ ਜਿਹਾ ਕਾਰੋਬਾਰ ਸਟਾਰਟ ਕਰ ਲਓ। ਰੇਹੜੀ ਲੱਖ ਲਓ, ਜੋ ਕਾਰ ਲੱਖ ਲਓ, ਜੋ ਉਹ ਇੱਕ ਦਿਨ ਗਰੋਥ ਕਰਕੇ 0 ਤੋਂ ਤੇ 50 ਤੱਕ ਜਾਂ 100 ਤੱਕ ਵੀ ਜਾ ਸਕਦੀ ਹੈ, ਠੀਕ। ਲੇਕਿਨ ਅਗਰ ਤੁਸੀਂ ਇੱਕ ਨੌਕਰੀ ਸਟਾਰਟ ਕੀਤੀ ਤਾਂ ਨੌਕਰੀ ਵਿੱਚ ਤੁਸੀਂ ਨੌਕਰੀ ਰਹੋਗੇ, ਚਾਹੇ ਉਹ ਜਿਹੜੀ ਮਰਜ਼ੀ ਨੌਕਰੀ ਹੈ, ਨੌਕਰੀ ਹੁੰਦੀ ਹੈ। ਦੇਖੋ, ਤੁਹਾਡੇ ਮਿਸਾਲ ਤੌਰ ਤੇ ਹਰ ਬੰਦਾ ਅੱਗੇ ਫਿਊਚਰ ਅੱਲਾਹ ਜ਼ਿਆਦਾ ਅੱਛਾ ਹੀ ਕਰੇ, ਹੁਣ ਤੁਹਾਡੇ ਅੱਗੇ ਬੱਚੇ ਵੀ ਹੋਣਗੇ, ਠੀਕ ਹੈ। ਅੱਛਾ, ਜਿਹੜੇ ਬੱਚੇ ਹੋਣਗੇ, ਜਿਸ ਤਰ੍ਹਾਂ ਤੁਹਾਡਾ ਇੱਕ ਬੱਚਾ ਹੋਏਗਾ ਅੱਗੋਂ, ਤੇ ਅਗਰ ਤੁਸੀਂ ਜੋਬ ਪਰਸਨ ਹੋ ਤਾਂ ਉਹਨੂੰ 0 ਤੋਂ ਸਟਾਰਟ ਕਰਨਾ ਪਏਗਾ। ਤੁਸੀਂ ਭਾਵੇਂ ਜਿਹੜੇ ਮਰਜ਼ੀ ਜੋਬ ਤੇ ਹੋ ਜਾਂ ਜੋਬ ਮਿਸਾਲ ਤੌਰ ਤੁਸੀਂ ਕਿਸੇ ਅੱਛੇ ਪੋਸਟ ਤੇ ਹੋ ਤੇ ਤੁਸੀਂ ਉਹਨੂੰ ਅੱਗੇ ਜੋਬ ਸਟਾਰਟ ਕਰਵਾ ਦੋਗੇ ਉਸ ਫੀਲਡ ਦੇ ਵਿੱਚ। ਮਤਲਬ ਤੁਹਾਡੇ ਅਗਰ ਲੱਖ ਰੁਪਏ ਤਨਖਾਹ ਲੱਗੀ ਹੋਈ ਹੈ ਕੰਪਨੀ ਵਿੱਚ, ਤੁਸੀਂ ਆਪਣੇ ਬੱਚੇ ਨੂੰ 40,000 ਜਾਂ 50,000 ਸਟਾਰਟਿੰਗ ਕਰਵਾ ਲਓਗੇ। ਲੇਕਿਨ ਅਗਰ ਤੁਹਾਡਾ ਕਾਰੋਬਾਰ ਸੀ ਤੇ ਉਹ ਕਾਰੋਬਾਰ ਦੇ ਵਿੱਚ ਤੁਹਾਡਾ ਮਿਸਾਲ ਤੌਰ ਤੇ ਤੁਹਾਡੇ ਕੋਲ ਤੁਸੀਂ 10,000 ਤੋਂ ਸਟਾਰਟ ਕੀਤਾ ਸੀ, 1 ਲੱਖ ਰੁਪਏ ਤੱਕ ਕੰਮ ਚੱਲ ਗਿਆ ਸੀਗਾ, ਠੀਕ ਹੈ, ਉਸ ਕਾਰੋਬਾਰ ਦੇ ਵਿੱਚ। ਤੇ ਜਿਸ ਟਾਈਮ ਤੁਹਾਡਾ ਬੱਚਾ ਆਇਆ ਤੁਹਾਨੂੰ ਸਟਾਰਟ ਕਿੱਥੋਂ ਕਰਨਾ ਨੇ? 1 ਲੱਖ ਰੁਪਏ ਤੋਂ। ਤੁਹਾਡੇ ਕੋਲ 10,000 ਸੀ, ਤੁਸੀਂ 10,000 ਤੋਂ ਲੱਖ ਤੱਕ ਲੈ ਗਏ। ਅਗਰ ਉਹ ਬੱਚਾ ਮਿਹਨਤ ਕਰੇ ਤਾਂ ਲੱਖ ਤੋਂ 1 ਕਰੋੜ ਤੱਕ ਲੈ ਕੇ ਜਾ ਸਕਦਾ ਹੈ। ਕਾਰੋਬਾਰ 'ਚ ਬਰਕਤ ਆ, ਸਾਡਾ ਇਸਲਾਮ ਹੀ ਇਹੀ ਕਹਿੰਦਾ ਆ ਕਿ ਕਾਰੋਬਾਰ 'ਚ ਬਰਕਤ ਆ, ਠੀਕ ਹੈ। ਲੇਕਿਨ ਸਾਡੀ ਆਵਾਮ ਕਿਸ ਚੀਜ਼ ਵੱਲ ਨੱਸਦੀ ਹੈ? ਨੌਕਰੀ ਵੱਲ ਨੂੰ, ਜੋਬ ਵੱਲ ਨੂੰ। ਨੌਕਰੀ ਕਰਨੀ ਹੈ, ਨੌਕਰ ਬਣ ਕੇ ਖੁਸ਼ ਹੁੰਦੇ ਆ। ਪਹਿਲੇ ਇੰਨੀ ਕਹਿ ਲਓ ਕਿ ਫੀਸਾਂ ਭਰਦੇ ਆ, ਮਹਿੰਗੀ ਤੋਂ ਮਹਿੰਗੀ ਯੂਨੀਵਰਸਿਟੀਜ਼, ਕਾਲਜਿਸ, ਠੀਕ ਆ। ਉੱਥੇ ਦੇ ਹੋਸਟਲ ਦੇ ਖਰਚੇ, ਉੱਥੇ ਦੇ ਖਾਣ ਦੇ ਖਰਚੇ, ਉੱਥੇ ਦੇ
ਖਾਣ ਪਾਣ ਲਾਣ ਸਾਰਾ ਕੁਝ ਖਰਚੇ ਹੁੰਦੇ ਪਹਿਲਾਂ ਦਬਾ ਕੇ। ਉਸ ਖਰਚੇ ਤੋਂ ਬਾਅਦ ਵਿੱਚ ਆ ਕੇ ਕੁਝ ਬੰਦੇ ਜੀ ਮੈਂ ਦੇਖੋ ਤਾਂ ਸਾਨੂੰ ਲੱਭ ਰਹੇ ਹੁੰਦੇ ਆ, ਅਸੀਂ ਦੇਖੀ ਦੇ ਆਪਣੀ ਜ਼ਿੰਦਗੀ ਦੇ ਵਿੱਚ ਕਿ यूनिवर्सिटी जाते हैं, जाके पढ़ते हैं, पढ़ के आगे फिर बिजनेस कर रहे होंगे हैं। मेरा तो इंटरेस्ट ही बिजनेस में था, मैं तो पढ़ना ही नहीं चाहता था। तो अगर तुम पढ़ना नहीं चाहते तो फिर तुम बिजनेस स्टार्ट तो कर लेंगे। सही है ना कि भाई तुम कारोबार फिर करो। अगर तुम्हारा इंटरेस्ट नहीं सी तो अपने घर तो सीधी गल करो कि भाई मेरे पैसे ज़ाया ना करो। जो 10 लाख रुपए मेरी डिग्री लाना, 10 लाख दो मैं कारोबार शुरू कर लेना है। उस 10 लाख में सब इन्वेस्ट करोगे तो आने शुरू हो जाएंगे, ना कि जा रहे हैं पर कुछ ना कुछ आएगा ही। जिस नीयत में तुम पढ़ना है ना, उस तो कह लो कि ਉਹਦੇ ਤੁਹਾਡੇ ਦੋ ਨੁਕਸਾਨ ਆ। ਨੰਬਰ 1 ਤਾਂ ਨੌਕਰੀ ਲੱਭੇਗੀ ਨਹੀਂ ਲੱਭੇਗੀ ਇਹ ਕੁਝ ਨਹੀਂ ਪਤਾ। ਨੰਬਰ 2 ਤੇ ਪੈਸੇ ਲੱਗ ਰਹੇ ਹੁੰਦੇ ਆ ਡਿਗਰੀ ਦੇ ਉੱਤੇ। ਲੇਕਿਨ ਅਗਰ ਤੁਸੀਂ ਆਪਣਾ ਕਾਰੋਬਾਰ ਕਰਦੇ ਹੋ ਤਾਂ ਉਹਦੇ ਤੁਹਾਨੂੰ ਇਨਕਮ ਆਣੀ ਆ, ਇਨਕਮ ਆਣੀ ਆ। ਠੀਕ ਆ, ਇਸ ਗੱਲ ਨੂੰ ਸੋਚੋ ਖੁਦਾਰਾ ਕਿ ਸਾਡੇ ਬੱਚਿਆਂ ਨੂੰ ਅਸੀਂ ਪੜ੍ਹਾਈ ਦੇ ਜਾ ਰਹੇ ਹਾਂ, ਲੇਕਿਨ ਤੁਸੀਂ ਇੱਕ ਚੀਜ਼ ਦੇਖੀ ਆ ਕਿ ਇੱਕ ਟਾਈਮ ਸੀ ਕਿ ਸਾਡੇ ਪਾਕਿਸਤਾਨ ਦੇ ਵਿੱਚ ਡਾਕਟਰ ਹੀ ਡਾਕਟਰ ਬਣਾਉਂਦੇ ਪਏ ਸੀ। ਹਰ ਤੀਸਰਾ ਬੱਚਾ ਡਾਕਟਰ ਬਣਾਉਂਦਾ ਸੀ। ਇਸ ਸਾਲ ਜਿਹੜੇ ਮੈਡੀਕਲ ਕਾਲਜਿਸ ਆ ਉਹਨਾਂ ਦੇ ਵਿੱਚ 6000 ਸੀਟਸ ਖਾਲੀ ਸੀ। ਵਜ੍ਹਾ ਇਹੀ ਹੈ ਭਾਈ, ਸਰਕਾਰੀ ਦੀ ਗੱਲ ਕਰਦੇ ਆ, ਪ੍ਰਾਈਵੇਟ ਸੈਕਟਰ ਦੀ, ਸਰਕਾਰੀ ਸੈਕਟਰ ਦੇ ਵਿੱਚ 6000 ਸੀਟਸ ਖਾਲੀ ਸੀ। ਵਜ੍ਹਾ ਡਾਕਟਰ ਨੂੰ ਜੋਬ ਨਹੀਂ ਮਿਲਦੀ ਪਈ। ਡਾਕਟਰ ਦੀ ਡਿਗਰੀ ਲੈ ਕੇ ਆਵਾਮ ਤੁਰੀ ਫਿਰਦੀ ਹੈ, ਜ਼ਿਮੀਂਦਾਰਾ ਕੁਝ ਕਰਨ ਦੇ, ਕੁਝ ਵਿਚਾਰੇ ਦਿਹਾੜੀ ਮਜ਼ਦੂਰੀਆਂ ਕਰਨ ਦੇ। ਡਾਕਟਰ ਦੀ ਡਿਗਰੀ ਉਹਨਾਂ ਦੇ ਵਿੱਚ तो बड़े बड़े काबिल डॉक्टर्स है नहीं कि सर लल्ले पल्ले ही है, काबिल डॉक्टर भी है विच तो बेचारे रुलन रहे हैं यार। ठीक है ना, तो खुदारा मैं तेरे हाथ जोड़दा है कि अपनी जी तलीम आ करो। तलीम अच्छी चीज़ है, नहीं कह रहे ना करो, तलीम करो, लेकिन कोई अपना बिजनेस स्टार्ट कर लो। ठीक है ना, इलम हासिल करो। ठीक, तो लेकिन तुम एक गल याद रखो कि इलम होर चीज़ है, तो अपनी उस चीज़ से इलम से डिपेंड हो जाना कि मैंने कमा के देगा, वो होर चीज़ है। ठीक है ना, नाल तुसीं एक चीज़ देखो कि तुसीं दूसरी कंट्रीज़ में जिस तरह फोकस करते हो, मतलब यूके आस्ट्रेलिया है, उत्थे ते जिन्ने स्टूडेंट्स आ वो नाल पढ़ाई करते नाल कुछ कमान भी दे, दिहाड़ी मजदूरी करन दे, साल तौर पर कोई छोटा मोटा बिजनेस करन दे। उन्होंने बच्चे स्टार्ट तो एक चीज़ लत ला दी जाती है। जैसे तुहाडे इत्थे बच्चे यूनिवर्सिटी जाते हैं तो उन्होंने चर्च की, नशा की या सिगरेट की लत लग जाती है। उन्होंने बच्चों को स्टार्ट के ही एक चीज़ नशा करवाया जाता है, तो होंदी है अपनी मेहनत। कहते पुत्र बह के नहीं खाना, अपनी मेहनत करके खाना तुसीं। ठीक है, उत्थे गवर्नमेंट भी यही कहती है कि भाई काम करो। साडी गवर्नमेंट ऐसी चीज़ वालों सानू कुछ नहीं कहते काम ना करो, साडी गवर्नमेंट कहती है जो मर्जी करो। अच्छी चीज़ एक गलो, पाकिस्तान वर्गा ऐश किते नहीं है, पाकिस्तान वर्गी ऐश किते नहीं है। पाकिस्तान में जो ऐशी आ बाहर जाके कमाओ, इत्थे आके खाओ, ऐ असीं फिकरा मतलब कि ना लोगों ने मुँह सुनीदा है। लेकिन मैं गल करदा कि पाकिस्तान भी जाके कमा सकते हो। किहड़ा बंदा कहता कि पाकिस्तान जाके नहीं कमा सकते? कमा सकते हो, लेकिन कारोबार तो नौकरी तुहाडे कोलों तुहाडे घर ही मैनेज हो जाए, बड़ी गल है। बाकी अगर मेरी वीडियो अच्छी लगी हो तो लाइक कमेंट शेयर जरूर करो, तो चैनल सब्सक्राइब करना ना भूलियो। अल्लाह हाफिज़, अल्लाह सारे सारे हामी नसर।